GNU प्यारे विद्यार्थियों 11th क्लास ਦੀ ਇੰਗਲਿਸ਼ ਦੀ ਬੁੱਕ ਅ ਪੈਨੋਰਾਮਾ ਆਫ ਲਾਈਫ ਉਸ ਦਾ ਸੈਕਸ਼ਨ ਹੈ ਲੈਸਨ ਨੰਬਰ 3 ਲਿਬਰਟੀ ਐਂਡ ਡਿਸਪਲਿਨ ਅਰਥਾਤ ਆਜ਼ਾਦੀ ਅਤੇ ਅਨੁਸ਼ਾਸਨ। ਇਸ ਲੈਸਨ ਦੀ ਰੀਡਿੰਗ ਅਤੇ ਐਕਸਪਲੇਨੇਸ਼ਨ ਇਸ ਵੀਡੀਓ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਲੈਸਨ ਨੂੰ ਅਸੀਂ 3 ਭਾਗਾਂ ਵਿੱਚ ਕਰਾਂਗੇ। 3 ਵੀਡੀਓ ਬਣਨਗੇ 3 ਕਿਸ਼ਤਾਂ ਵਿੱਚ। ਸੋ ਹੈ ਇਹਦਾ ਪਹਿਲਾ ਭਾਗ ਹੈ। ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ। ਜਿਹੜੇ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਦੱਸੇ ਜਾਣਗੇ, ਤੁਸੀਂ ਉਹਨਾਂ ਦੇ ਸਪੈਲਿੰਗ ਤੇ ਉਹਨਾਂ ਦੇ ਅਰਥ ਨੋਟ ਕਰ ਲਓ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕੰਠ ਕਰ ਲੈਣਾ। ਸੋ ਸ਼ੁਰੂ ਕਰੀਏ। ਸੋ ਪਹਿਲੇ ਇਟੈਲਿਕਸ ਦੇ ਵਿੱਚ ਇਸ ਲੈਸਨ ਦੇ ਬਾਰੇ ਤੇ ਰਾਈਟਰ ਬਾਰੇ ਜਾਣਕਾਰੀ ਹੈ। ਸੋ ਫੀਲਡ ਮਾਰਸ਼ਲ ਸਰ ਵਿਲੀਅਮ ਸਲਿਮ। ਸਰ ਵਿਲੀਅਮ ਸਲਿਮ ਰਾਈਟਰ ਦਾ ਨਾਮ ਹੈਗਾ, ਲਿਖਾਰੀ ਦਾ। ਫੀਲਡ ਮਾਰਸ਼ਲ ਉਹਦਾ ਰੈਂਕ ਸੀਗਾ, ਜਿਹਦਾ ਕਰਨਲ, ਜਨਰਲ, ਬ੍ਰਿਗੇਡੀਅਰ ਰੈਂਕ ਹੁੰਦਾ ਹੈ। ਫੀਲਡ ਮਾਰਸ਼ਲ ਆਰਮੀ ਦਾ ਸਭ ਤੋਂ ਉੱਚਾ ਰੈਂਕ ਹੁੰਦਾ ਹੈ, ਟੌਪ ਮੋਸਟ ਰੈਂਕ ਹੁੰਦਾ ਹੈ। ਸੋ ਕਹਿੰਦੇ ਫੀਲਡ ਮਾਰਸ਼ਲ ਸਰ ਵਿਲੀਅਮ ਸਲਿਮ the chief of the imperial general staff ਦਾ ਚੀਫ ਸੀ, ਮੁਖੀ ਸੀ। held the highest office in the British army। ਬ੍ਰਿਟਿਸ਼ ਆਰਮੀ ਦੇ ਵਿੱਚ ਉਹਦੇ ਕੋਲ ਸਭ ਤੋਂ ਉੱਚਾ ਅਹੁਦਾ ਸੀ। ਹਾਈਐਸਟ ਆਫਿਸ ਮਾਨੇ ਸ਼ਿਖਰਲਾ ਅਹੁਦਾ ਉਹਦੇ ਕੋਲ ਸੀਗਾ। he is well qualified to speak on the subject of discipline and the relation it bears to liberty। subject of discipline ਦਾ ਮਤਲਬ ਹੋ ਗਿਆ ਅਨੁਸ਼ਾਸਨ ਦਾ ਵਿਸ਼ਾ, and the relationship it bears to liberty ਤੇ ਉਸ ਅਨੁਸ਼ਾਸਨ ਦਾ ਜੋ ਆਜ਼ਾਦੀ ਦੇ ਨਾਲ ਸੰਬੰਧ ਬਣਦਾ ਹੈ। ਇਸ ਵਿਸ਼ੇ ਦੇ ਉੱਤੇ ਜੋ ਫੀਲਡ ਮਾਰਸ਼ਲ ਸਰ ਵਿਲੀਅਮ ਸਲਿਮ ਹੈ ਉਹ ਬੜਾ ਢੁਕਵਾਂ ਬੰਦਾ ਹੈ। ਹੀ ਇਜ਼ ਵੈਲ ਕੁਆਲੀਫਾਈਡ ਟੂ ਸਪੀਕ ਔਨ ਦਾ ਸਬਜੈਕਟ। ਇਸ ਵਿਸ਼ੇ ਦੇ ਉੱਤੇ, ਕਿਸ ਵਿਸ਼ੇ ਦੇ ਉੱਤੇ? ਅਨੁਸ਼ਾਸਨ ਅਤੇ ਅਨੁਸ਼ਾਸਨ ਦਾ ਆਜ਼ਾਦੀ ਦੇ ਨਾਲ ਜੋ ਸੰਬੰਧ ਹੈ ਉਹਦੇ ਬਾਰੇ ਬੋਲਣ ਲਈ, ਉਹਦੇ ਬਾਰੇ ਲਿਖਣ ਲਈ ਉਹ ਪੂਰੀ ਯੋਗਤਾ ਰੱਖਦਾ ਹੈ। ਹੀ ਇਜ਼ ਵੈਲ ਕੁਆਲੀਫਾਈਡ ਕਿਉਂਕਿ ਫੌਜ ਵਿੱਚ ਰਿਹਾ, ਉਹਨੇ ਸਾਰੀ ਉਮਰ ਆਪਣੀ ਟ੍ਰੇਨਿੰਗ ਡਿਸਿਪਲਿਨ ਵਿੱਚ ਹੀ ਕੀਤੀ ਹੈ ਤੇ ਡਿਸਿਪਲਿਨ ਨੂੰ ਲੋਕਾਂ ਨੂੰ ਪੜ੍ਹਾਇਆ ਹੈ, ਸਿਖਾਇਆ ਹੈ। ਇਸ ਕਰਕੇ ਉਹਦੇ ਕੋਲ ਯੋਗਤਾ ਹੈ ਕਿ ਇਹਦੇ ਬਾਰੇ ਗੱਲ ਕਰ ਸਕੇ। ਦਿਸ ਚੈਪਟਰ ਹੈਜ਼ ਬੀਨ ਕੰਡੈਂਸਡ। ਇਹ ਜਿਹੜਾ ਚੈਪਟਰ ਹੈ ਇਹਨੂੰ ਕੰਡੈਂਸ ਕੀਤਾ। ਕੰਡੈਂਸ ਦਾ ਮਤਲਬ ਹੁੰਦਾ ਬੱਚੇ ਛੋਟਾ ਕਰਨਾ। ਵੀ ਜਿਹੜਾ ਓਰੀਜਨਲ ਲੇਖ ਹੈਗਾ ਉਹ ਬਹੁਤ ਵੱਡਾ ਹੈ, ਪਰ ਇਹਨੂੰ ਕਾਂਟੀ ਛਾਂਟੀ ਕਰਕੇ ਛੋਟਾ ਕੀਤਾ ਗਿਆ ਤਾਂ ਕਿ ਇਹਦੀ ਵਿਸ਼ਾ ਵਸਤੂ ਨਾ ਗਵਾਈ ਜਾਵੇ, ਪਰ ਲੈਸਨ ਨੂੰ ਛੋਟਾ ਕਰ ਦਿੱਤਾ। ਜਿਹਨੂੰ ਅਸੀਂ ਪ੍ਰੈਸੀ ਵੀ ਕਹਿ ਦਿੰਦੇ ਹਾਂ, ਬਰੀਫ ਕਰਨਾ, ਸੰਖੇਪ ਕੀਤਾ ਗਿਆ ਹੈ। ਫਰੋਮ ਐਨ ਆਰਟੀਕਲ, ਇੱਕ ਲੇਖ ਤੋਂ। ਕੰਟਰੀਬਿਊਟਡ ਬਾय ਸਰ ਵਿਲੀਅਮ ਸਲਿਮ ਟੂ ਦੀ ਫੋਰਟਨਾਈਟਲੀ ਲੰਡਨ। ਦੀ ਫੋਰਟਨਾਈਟਲੀ ਕਿਸੇ ਮੈਗਜ਼ੀਨ ਦਾ ਨਾਮ ਹੈ ਜੋ ਲੰਡਨ ਤੋਂ ਛਪਦੀ ਹੈ। ਸੋ ਦੀ ਲੰਡਨ ਦੀ ਫੋਰਟਨਾਈਟਲੀ ਮੈਗਜ਼ੀਨ ਦੇ ਵਿੱਚ ਸਰ ਵਿਲੀਅਮ ਦੇ ਵੱਲੋਂ ਕੰਟਰੀਬਿਊਟ ਕੀਤਾ ਗਿਆ, ਅਰਥਾਤ ਉਹਦੇ ਵਿੱਚ ਛਪਾਇਆ ਗਿਆ, ਉਹ 'ਚ ਭੇਜਿਆ ਗਿਆ ਤੇ ਉਹ ਆਰਟੀਕਲ ਜਿਹੜਾ ਸੀਗਾ, ਲੇਖ ਇਸ ਮੈਗਜ਼ੀਨ ਵਿੱਚ ਛਪਿਆ ਗਿਆ ਸੀ ਤੇ ਉਸ ਲੇਖ ਤੋਂ ਇਸ ਚੈਪਟਰ ਨੂੰ ਛੋਟਾ ਕਰਕੇ ਪੇਸ਼ ਕੀਤਾ ਗਿਆ। ਦਿਸ ਵਿਲ ਬੀ ਆਫ ਸਪੈਸ਼ਲ ਇੰਟਰਸਟ। ਇੰਟਰਸਟ ਮਾਨੇ ਰੁਚੀ, ਸਪੈਸ਼ਲ ਇੰਟਰਸਟ ਖਾਸ ਰੁਚੀ। ਇਹ ਜਿਹੜਾ ਲੈਸਨ ਹੈ ਇਹ ਖਾਸ ਰੁਚੀ ਵਾਲਾ ਹੋਏਗਾ ਟੂ ਆਲ, ਉਹਨਾਂ ਸਾਰਿਆਂ ਲਈ। ਦੋਜ਼ ਹੂ ਆਰ ਰਾਈਟਲੀ ਵਰਿਡ, ਜਿਹੜੇ ਬਿਲਕੁਲ ਸਹੀ ਮਾਇਨੇ ਵਿੱਚ ਚਿੰਤਿਤ ਹਨ, ਜਿਨ੍ਹਾਂ ਨੂੰ ਇਸ ਗੱਲ ਦੀ ਫਿਕਰ ਹੈ। ਕਿਹਦੇ ਬਾਰੇ? ਅਬਾਊਟ ਦੀ ਜਨਰਲ ਡਿਸਕੁਆਇਟ ਫॉर ਲੈਕ ਆਫ ਡਿਸਿਪਲਿਨ। ਜਿਹੜੀ ਆਮ, ਡਿਸਕੁਆਇਟ ਦਾ ਮਤਲਬ ਹੈ ਬੇਚੈਨੀ। ਡਿਸਕੁਆਇਟ ਜਨਰਲ ਮਾਨੇ ਆਮ, ਜਿਹੜੀ ਆਮ ਬੇਚੈਨੀ ਪਸਰਦੀ ਪਈ ਹੈ ਫॉर ਲੈਕ ਆਫ ਡਿਸਿਪਲਿਨ, ਅਨੁਸ਼ਾਸਨ ਦੀ ਘਾਟ ਕਰਕੇ। ਸੋ ਇਹਦੇ ਬਾਰੇ ਜਿਹੜੇ ਲੋਕ ਸਹੀ ਮਾਇਨੇ ਵਿੱਚ ਚਿੰਤਿਤ ਹਨ, ਜਿਹੜੇ ਸਮਾਜ ਦੇ ਉੱਘੇ ਸਿਆਣੇ ਲੋਕ, ਸੂਝਵਾਨ ਲੋਕ ਨੇ, ਉਹਨਾਂ ਨੂੰ ਮਹਿਸੂਸ ਹੁੰਦਾ ਕਿ ਸਾਡੇ ਸਮਾਜ ਵਿੱਚ ਅਨੁਸ਼ਾਸਨ ਘਟਦਾ ਜਾ ਰਿਹਾ ਤੇ ਉਸ ਅਨੁਸ਼ਾਸਨ ਦੀ ਘਾਟ ਕਰਕੇ ਇੱਕ ਆਮ ਬੇਚੈਨੀ ਜਿਹੜੀ ਹੈ ਉਹਦਾ ਪਸਾਰਾ ਵੱਧ ਰਿਹਾ, ਉਹਦੇ ਕਰਕੇ ਚਿੰਤਿਤ ਨੇ। ਸੋ ਉਹਨਾਂ ਲਈ ਇਹ ਲੇਖ ਜਿਹੜਾ ਹੈ ਉਹ ਇੱਕ ਖਾਸ ਰੁਚੀ ਪੈਦਾ ਕਰਨ ਵਾਲਾ ਹੈ। ਬੋਥ ਐਟ ਦੀ ਪਰਸਨਲ ਐਂਡ ਦੀ ਨੈਸ਼ਨਲ ਲੈਵਲ। ਔਰ ਇਹਦੀ ਰੁਚੀ ਹੈ ਇਹ ਨਿੱਜੀ ਲੈਵਲ 'ਤੇ ਵੀ, ਨਿੱਜੀ ਪੱਧਰ 'ਤੇ ਵੀ, ਅਤੇ ਨੈਸ਼ਨਲ ਲੈਵਲ, ਰਾਸ਼ਟਰੀ ਪੱਧਰ 'ਤੇ ਵੀ। ਠੀਕ ਹੈ। ਸੋ ਬੱਚਿਓ ਇਹ ਲੇਖ ਬੜਾ ਹੀ ਵਧੀਆ, ਪ੍ਰੇਰਨਾਦਾਇਕ ਅਤੇ ਜਾਣਕਾਰੀ ਭਰਪੂਰ ਹੈ। ਇਟਸ ਅ ਫੂਡ ਫॉर ਥਾਟ, ਸਾਨੂੰ ਸੋਚਣ ਲਈ ਮਜਬੂਰ ਕਰਨ ਵਾਲਾ ਹੈ। ਸੋ ਇਹਨੂੰ ਬੜੇ ਧਿਆਨ ਦੇ ਨਾਲ ਤੁਸੀਂ ਸੁਣਨਾ ਹੈ, ਸਮਝਣਾ ਹੈ। ਠੀਕ ਹੈ। ਸੋ ਕਹਿੰਦੇ ਇੱਧਰੋਂ ਸ਼ੁਰੂ ਹੁੰਦਾ ਲੇਖ। ਵੈਨ ਯੂ ਗੈਟ ਇਨ ਯੂਰ ਕਾਰ, ਜਦੋਂ ਤੁਸੀਂ ਆਪਣੀ ਕਾਰ ਵਿੱਚ ਬੈਠਦੇ ਹੋ। ਔਰ ਔਨ ਯੂਰ ਬਾਈਸਾਈਕਲ, ਜਾਂ ਆਪਣੀ ਸਾਈਕਲ ਦੇ ਉੱਤੇ ਸਵਾਰ ਹੁੰਦੇ ਹੋ। ਯੂ ਕੈਨ ਚੂਜ਼, ਤੁਸੀਂ ਚੁਣ ਸਕਦੇ ਹੋ, ਚੋਣ ਕਰ ਸਕਦੇ ਹੋ। ਕਾਹਦੀ? ਵੇਅਰ ਯੂ ਵਾਂਟ ਟੂ ਗੋ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਬਾਜ਼ਾਰ ਜਾਣਾ ਚਾਹੁੰਦੇ ਹੋ, ਟਾਂਡੇ ਜਾਣਾ ਚਾਹੁੰਦੇ ਹੋ, ਹੁਸ਼ਿਆਰਪੁਰ ਜਾਣਾ ਚਾਹੁੰਦੇ ਹੋ, ਨਾਨਕੇ, ਦਾਦਕੇ, ਜਿੱਥੇ ਮਰਜ਼ੀ ਜਾਣਾ ਚਾਹੋ, ਤੁਹਾਡੀ ਮਰਜ਼ੀ ਹੈ। ਦੈਟ ਇਜ਼ ਲਿਬਰਟੀ, ਇਹਨੂੰ ਕਿਹਾ ਜਾਂਦਾ ਹੈ ਆਜ਼ਾਦੀ। ਬਟ, ਪਰ, ਐਜ਼ ਯੂ ਡਰਾਈਵ, ਪਰ ਜਿਵੇਂ ਤੁਸੀਂ ਡਰਾਈਵ ਕਰਦੇ ਹੋ, ਕਾਰ ਚਲਾਉਂਦੇ ਹੋ, ਔਰ ਰਾਈਡ ਥਰੂ ਦੀ ਸਟਰੀਟਸ,
ਜਾਂ ਆਪਣੀ ਸਾਈਕਲ ਤੇ ਪੈਡਲ ਮਾਰ ਕੇ ਗਲੀਆਂ ਰਾਹੀਂ ਸੜਕਾਂ ਰਾਹੀਂ ਜਾਂਦੇ ਹੋ, ਯੂ ਵਿਲ ਕੀਪ ਟੂ ਦੀ ਲੈਫਟ ਆਫ ਦਾ ਰੋਡ, ਤੁਸੀਂ ਸੜਕ ਦੇ ਖੱਬੇ ਪਾਸੇ ਰਹੋਗੇ। ਇਹ ਬੰਦਿਸ਼ ਹੈ, ਹਰ ਜਗ੍ਹਾ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਨਹੀਂ ਜਾ ਸਕਦੇ। ਤੁਸੀਂ ਸਾਈਕਲ ਚਲਾਉਣ ਲੱਗੇ, ਕਾਰ ਚਲਾਉਣ ਲੱਗੇ, ਸੜਕ ਦੇ ਖੱਬੇ ਪਾਸੇ ਰਹੋਗੇ। ਦੈਟ ਇਜ਼ ਡਿਸਿਪਲਿਨ। ਇਹ ਹੈਗਾ ਅਨੁਸ਼ਾਸਨ। ਅਰਥਾਤ ਜਿੱਥੇ ਜਾਣਾ ਚਾਹੋ ਜਾ ਸਕਦੇ ਹੋ, ਇਹ ਆਜ਼ਾਦੀ ਹੈ, ਪਰ ਜਦੋਂ ਜਾਓਗੇ ਤੇ ਸੜਕਾਂ ਦੇ ਕਾਨੂੰਨ ਦੀ ਪਾਲਣਾ ਕਰਨੀ ਪਏਗੀ। ਉਹ ਹੈਗਾ ਅਨੁਸ਼ਾਸਨ। ਸੋ ਬੱਚਿਓ, ਦੋ ਲਾਈਨਾਂ ਵਿੱਚ ਬੜਾ ਹੀ ਸੋਹਣਾ, ਬੜੇ ਸਾਦੇ ਢੰਗ ਦੇ ਨਾਲ ਰਾਈਟਰ ਨੇ ਸਾਨੂੰ ਲਿਬਰਟੀ ਤੇ ਅਨੁਸ਼ਾਸਨ ਬਾਰੇ ਦੱਸ ਦਿੱਤਾ ਹੈ। ਕਹਿੰਦੇ ਦੇਅਰ ਆਰ 4 ਰੀਜ਼ਨਸ ਵਾਈ ਯੂ ਵਿਲ ਕੀਪ ਟੂ ਦੀ ਲੈਫਟ। ਤੁਸੀਂ ਖੱਬੇ ਪਾਸੇ ਕਿਉਂ ਰਹੋਗੇ? ਇਹਦੇ 4 ਕਾਰਨ ਨੇ। ਠੀਕ ਹੈ। ਪਹਿਲਾ ਤੇ ਹੈ ਯੂਅਰ ਓਨ ਐਡਵਾਂਟੇਜ, ਤੁਹਾਡਾ ਆਪਣਾ ਹਿੱਤ ਇਹਦੇ ਵਿੱਚ ਹੈਗਾ, ਤੁਹਾਡਾ ਆਪਣਾ ਸਵਾਰਥ ਵਿੱਚ ਇਹਦੇ ਵਿੱਚ ਹੈਗਾ। ਜੇ ਤੁਸੀਂ ਖੱਬੇ ਪਾਸੇ ਚਲੋਗੇ, ਤੁਸੀਂ ਬੜੇ ਨਿਰਵਿਘਨ ਢੰਗ ਦੇ ਨਾਲ ਸਾਈਕਲ ਕਾਰ ਚਲਾ ਸਕਦੇ ਹੋ, ਤੁਹਾਡੇ ਐਕਸੀਡੈਂਟ ਹੋਣ ਦੀ ਸੰਭਾਵਨਾ ਬੜੀ ਘੱਟ ਹੈ। ਇਹਦੇ ਵਿੱਚ ਤੁਹਾਡਾ ਆਪਣਾ ਫਾਇਦਾ ਹੈ। ਦੂਜੀ ਗੱਲ, ਕੰਸੀਡਰੇਸ਼ਨ ਫॉर ਅਦਰਸ, ਤੁਹਾਡੇ ਮਨ ਵਿੱਚ ਦੂਜੇ ਲੋਕਾਂ ਦੇ ਪ੍ਰਤੀ ਲਿਹਾਜ਼ ਹੈਗਾ, ਖਿਆਲ ਹੈਗਾ ਕਿ ਜੇ ਮੈਂ ਰੋਂਗ ਸਾਈਡ ਤੇ ਜਾਵਾਂਗਾ ਤੇ ਐਕਸੀਡੈਂਟ ਹੋ ਜਾਂਦਾ, ਕਿਸੇ ਦੂਜੇ ਨੂੰ ਸੱਟ ਨਾ ਲੱਗ ਜਾਏ। ਜੇ ਮੈਂ ਕਾਰ ਵਿੱਚ ਹੈਗਾ ਤੇ ਮੈਂ ਕਿਸੇ ਸਾਈਕਲ ਵਿੱਚ ਨਾ ਵੱਜ ਜਾਵਾਂ, ਕਿਸੇ ਹੋਰ ਬੰਦੇ 'ਚ ਨਾ ਵੱਜ ਜਾਵਾਂ। ਠੀਕ ਹੈ ਨਾ। ਸੋ ਕੰਸੀਡਰੇਸ਼ਨ ਫॉर ਅਦਰਸ, ਦੂਜਿਆਂ ਦਾ ਵਿਚਾਰ, ਦੂਜਿਆਂ ਦਾ ਲਿਹਾਜ਼ ਤੁਹਾਡੇ ਮਨ 'ਚ ਹੋ ਸਕਦਾ ਹੈ। ਕੌਨਫੀਡੈਂਸ ਇਨ ਯੂਅਰ ਫੈਲੋਜ਼, ਤੇ ਤੁਹਾਡੇ ਮਨ 'ਚ ਦੂਜਿਆਂ ਦੇ ਪ੍ਰਤੀ ਵੀ ਆਤਮ ਵਿਸ਼ਵਾਸ ਹੋ ਸਕਦਾ ਕਿ ਜਿੱਦਾਂ ਮੈਂ ਸਿਆਣਾ, ਮੈਂ ਅਨੁਸ਼ਾਸਨ ਦੀ ਪਾਲਣਾ ਕਰ ਰਿਹਾ, ਦੂਜੇ ਵੀ ਅਨੁਸ਼ਾਸਨ ਦੀ ਪਾਲਣਾ ਕਰ ਰਹੇ ਨੇ। ਤੁਹਾਡੇ ਮਨ 'ਚ ਉਹਨਾਂ ਦੇ ਪ੍ਰਤੀ ਇੱਕ ਕੌਨਫੀਡੈਂਸ ਹੈਗਾ, ਇੱਕ ਆਤਮ ਵਿਸ਼ਵਾਸ ਹੈਗਾ, ਭਰੋਸਾ ਹੈਗਾ ਉਹਨਾਂ 'ਤੇ। ਤੇ ਆਖਰੀ ਹੈਗਾ ਫੀਅਰ ਆਫ ਪਨਿਸ਼ਮੈਂਟ, ਤੇ ਜਾਂ ਫਿਰ ਤੁਸੀਂ ਡੰਡੇ ਦੇ ਪੀਰ ਹੈਗੇ ਹੋ, ਨਾ ਤੁਹਾਨੂੰ ਆਪਣੇ ਹਿੱਤ ਦਾ ਹੈਗਾ, ਨਾ ਦੂਜਿਆਂ ਦੇ ਬਾਰੇ ਕੋਈ ਸੋਚ ਵਿਚਾਰ ਹੈਗਾ। ਤੁਹਾਨੂੰ ਹੈ ਕਿ ਯਾਰ ਕਿਤੇ ਗੱਡੀ ਜ਼ਬਤ ਨਾ ਹੋ ਜਾਏ, ਕਿਤੇ ਲਾਇਸੈਂਸ ਕੈਂਸਲ ਨਾ ਹੋ ਜਾਏ, ਜਾਂ ਕਿਤੇ ਚਲਾਨ ਨਾ ਕੱਟਿਆ ਜਾਏ, ਫਾਈਨ ਨਾ ਹੋ ਜਾਏ। ਫੀਅਰ ਆਫ ਪਨਿਸ਼ਮੈਂਟ ਅਰਥਾਤ ਸਜ਼ਾ ਦਾ ਡਰ। ਇਹ 4 ਕਾਰਨ ਨੇ। ਕਹਿੰਦੇ ਇਟ ਇਜ਼ ਦੀ ਰਿਲੇਟਿਵ ਵੇਟ ਵਿਚ ਵੀ ਗਿਵ ਟੂ ਈਚ ਆਫ ਥੀਸ ਰੀਜ਼ਨਸ। ਇਹ 4 ਜਿਹੜੇ ਕਾਰਨ ਨੇ, ਇਹ 4ਾਂ ਵਿੱਚੋਂ ਤੁਸੀਂ ਕਿੰਨਾ ਕਿਹਨੂੰ ਭਾ ਦਿੰਦੇ ਹੋ, ਤਵੱਜੋ ਦਿੰਦੇ ਹੋ, ਕਿ ਕਿੰਨੇ ਫੀਸਦੀ ਤੁਹਾਡਾ ਆਪਣਾ ਹਿੱਤ ਹੈ, ਕਿੰਨੇ ਫੀਸਦੀ ਦੂਜਿਆਂ ਦਾ, ਕਿੰਨੇ ਫੀਸਦੀ ਤੁਹਾਨੂੰ ਡਰ ਹੈਗਾ। ਕਹਿੰਦੇ ਰਿਲੇਟਿਵ ਵੇਟ, ਤੁਸੀਂ ਇਹਨਾਂ ਨੂੰ ਕਿੰਨੀ ਤਵੱਜੋ ਦਿੰਦੇ ਹੋ, ਕਿੰਨੀ ਮਹੱਤਤਾ ਦਿੰਦੇ ਹੋ ਹਰ ਇੱਕ ਕਾਰਨ ਨੂੰ। ਦੈਟ ਡਿਸਾਈਡਸ, ਉਹ ਗੱਲ ਡਿਸਾਈਡ ਕਰਦੀ ਏ, ਉਹ ਗੱਲ ਇਸ ਗੱਲ ਦੀ ਫੈਸਲਾ ਕਰਦੀ ਏ ਵਟ ਸੌਰਟ ਆਫ ਡਿਸਿਪਲਿਨ ਵੀ ਹੈਵ, ਕਿ ਅਸੀਂ ਕਿਸ ਕਿਸਮ ਦੇ ਅਨੁਸ਼ਾਸਨ ਦੀ ਪਾਲਣਾ ਕਰਦੇ ਹਾਂ। ਕਿ ਅਸੀਂ ਸਿਆਣਪ ਦੇ ਨਾਲ ਆਪਣੇ ਆਪ ਸੋਚ ਵਿਚਾਰ ਕੇ ਅਨੁਸ਼ਾਸਨ ਦੇ ਧਾਰਨੀ ਆ, ਜਾਂ ਅਸੀਂ ਮਤਲਬ ਕਿ ਜਿੱਦਾਂ ਖੋਤੇ ਨੂੰ ਡੰਡਾ ਪਵੇ ਤੇ ਉਹ ਠੀਕ ਚੱਲਦਾ, ਤੇ ਜਾਂ ਅਸੀਂ ਮਤਲਬ ਕਿ ਅਨਪੜ੍ਹਾਂ ਵਾਂਗੂ, ਖੋਤਿਆਂ ਵਾਂਗੂ ਬਿਹੇਵ ਕਰਦੇ ਹਾਂ ਵੀ ਜਦ ਤੱਕ ਚਲਾਨ ਦਾ ਡਰ ਨਹੀਂ ਹੈਗਾ, ਜਦ ਤੱਕ ਕਿਸੇ ਫਾਈਨ ਦਾ ਡਰ ਨਹੀਂ ਹੈਗਾ, ਅਸੀਂ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਦੇ। ਐਂਡ ਦੈਟ ਕੈਨ ਵੇਰੀ, ਤੇ ਉਹ ਵੇਰੀ ਮੈਨੇ ਉਹ ਇੱਧਰ ਉੱਧਰ ਹੋ ਸਕਦਾ, ਮਤਲਬ ਕਿ ਉਹ ਡਿਸਿਪਲਿਨ ਵਿੱਚ ਇੱਕ ਵੰਨਸੁਵੰਨਤਾ ਹੋ ਸਕਦੀ ਹੈ। ਐਂਡ ਦੈਟ ਕੈਨ ਵੇਰੀ ਅਰਥਾਤ ਉਹ ਵੱਖ-ਵੱਖ ਕਿਸਮ ਦਾ ਅਨੁਸ਼ਾਸਨ ਹੋ ਸਕਦਾ ਹੈ, ਕਿੱਥੋਂ ਦੀ ਲੈ ਕੇ ਕਿੱਥੇ ਤੱਕ। ਫਰੋਮ ਦੀ ਪਿਓਰ ਸੈਲਫ ਡਿਸਿਪਲਿਨ, ਉਹ ਪੂਰਾ ਸ਼ੁੱਧ 100% ਸੈਲਫ ਡਿਸਿਪਲਿਨ ਹੋ ਸਕਦਾ ਹੈ। ਅਰਥਾਤ ਤੁਸੀਂ ਮੈਚਿਓਰ ਹੈਗੇ ਹੋ, ਤੁਸੀਂ ਸਿਆਣੇ ਹੈਗੇ ਹੋ, ਤੁਸੀਂ ਸੂਝਵਾਨ ਹੈਗੇ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੇ ਤੁਸੀਂ ਆਪਣਾ ਹਿੱਤ ਵੀ ਸੋਚਦੇ ਹੋ ਤੇ ਦੂਜਿਆਂ ਦਾ ਵੀ ਖਿਆਲ ਰੱਖਦੇ ਹੋ, ਤੇ ਪਿਓਰ ਡਿਸਿਪਲਿਨ, ਤੇ ਤੁਹਾਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਵੀ ਚਲਾਨ ਕੱਟਿਆ ਜਾਣਾ ਜਾਂ ਨਹੀਂ ਕੱਟਿਆ ਜਾਣਾ, ਫਾਈਨ ਹੋਣਾ ਜਾਂ ਨਹੀਂ ਹੋਣਾ। ਤੁਹਾਨੂੰ ਲੱਗਦਾ ਨਹੀਂ ਯਾਰ ਇੱਦਾਂ ਚੰਗਾ ਨਹੀਂ ਲੱਗਦਾ, ਇੰਨੀ ਸਪੀਡ ਲਿਮਿਟ ਹੈ, ਮੈਂ ਇੰਨੀ ਸਪੀਡ ਲਿਮਿਟ 'ਚ ਹੀ ਰਹਿਣਾ ਹੈ। ਰੈੱਡ ਲਾਈਟ ਆ ਗਈ ਹੈ, ਭਾਵੇਂ ਗੱਡੀ ਕ੍ਰਾਸ ਕਰ ਰਹੀ ਹੈ ਨਹੀਂ ਕਰ ਰਹੀ, ਕੋਈ ਹੋਰ ਟ੍ਰੈਫਿਕ ਆ ਰਿਹਾ ਨਹੀਂ ਆ ਰਿਹਾ, ਮੈਂ ਲਾਲ ਬੱਤੀ ਤੇ ਰੁਕਣਾ ਹੀ ਰੁਕਣਾ ਹੈ। ਜੇ ਕਿਤੇ ਮੋੜ ਆ ਰਿਹਾ ਤੇ ਮੋੜ ਦੇ ਉੱਤੇ ਮੈਂ ਓਵਰਟੇਕ ਨਹੀਂ ਕਰਨਾ, ਓਵਰਟੇਕ ਸਹੀ ਢੰਗ ਨਾਲ ਕਰਨਾ ਹੈ, ਗੱਡੀ ਸਹੀ ਜਗ੍ਹਾ ਪਾਰਕਿੰਗ ਕਰਨੀ ਹੈ। ਸੋ ਬੜੇ ਸਾਰੀ ਜਗ੍ਹਾ ਇਹੋ ਜਿਹੇ ਉਦਾਹਰਨ ਦਿੱਤੇ ਜਾ ਸਕਦੇ ਨੇ ਕਿ ਕਿਤੇ ਪਿਓਰ ਡਿਸਿਪਲਿਨ ਹੋ ਸਕਦਾ ਹੈ ਆਫ ਦੀ ਸਰਮਨ ਔਨ ਦੀ ਮਾਊਂਟ। ਸਰਮਨ ਔਨ ਦਾ ਮਾਊਂਟ, ਸਰਮਨ ਦਾ ਮਤਲਬ ਹੈ ਉਪਦੇਸ਼, ਮਾਊਂਟ ਮੈਨੇ ਪਹਾੜੀ, ਜੋ ਵਿਦੇਸ਼ ਵਿੱਚ ਇੱਕ ਯੂਰਪ ਦੇ ਵਿੱਚ ਇੱਕ ਇਹਨਾਂ ਦਾ ਮੁਹਾਵਰਾ ਬਣਿਆ ਸਰਮਨ ਔਨ ਦੀ ਮਾਊਂਟ, ਜਿਹੜਾ ਇਹਨਾਂ ਦੇ ਬੰਦੇ ਨੇ, ਇਹਨਾਂ ਦੇ ਪੀਰ ਨੇ ਜਿਹੜਾ ਪਹਿਲਾ ਉਪਦੇਸ਼ ਦਿੱਤਾ ਸੀਗਾ। ਸੋ ਕਹਿਣ ਦਾ ਮਤਲਬ ਹੈਗਾ ਕਿ ਜਿਵੇਂ ਲੋਕ ਪੀਰਾਂ, ਪੈਗੰਬਰਾਂ, ਗੁਰੂਆਂ ਦੀ ਗੱਲ ਨੂੰ ਸ਼ਰਧਾ ਵਸ ਮੰਨਦੇ ਨੇ, ਹੁਣ ਜਿੱਦਾਂ ਅਸੀਂ ਪੰਜਾਬ 'ਚ ਰਹਿੰਦੇ ਹਾਂ, ਠੀਕ ਹੈ ਨਾ, ਸਾਨੂੰ ਪਤਾ ਇੱਥੇ ਸਿੱਖਾਂ ਦੀ ਵਸੋਂ ਜ਼ਿਆਦਾ ਹੈ, ਤੇ ਲੋਕ ਗੁਰੂਆਂ ਦਾ ਸਤਿਕਾਰ ਕਰਦੇ, ਅੰਮ੍ਰਿਤ ਵੇਲੇ ਉੱਠਦੇ ਨੇ, ਬਾਣੀ ਪੜ੍ਹਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ। ਇਹ ਕੋਈ ਸਰਕਾਰ ਥੋੜ੍ਹੀ ਕਹਿੰਦੀ ਸੇਵਾ ਕਰੋ ਜਾਂ ਸਿਮਰਨ ਕਰੋ ਜਾਂ ਅੰਮ੍ਰਿਤ ਵੇਲੇ ਉੱਠੋ। ਇਹ ਸਿਰਫ ਉਹਨਾਂ ਦੇ ਮਨ ਵਿੱਚ ਇੱਕ ਉਹਨਾਂ ਦੇ ਪ੍ਰਤੀ ਸ਼ਰਧਾ ਹੈ, ਸਤਿਕਾਰ ਹੈ। ਸੋ ਇਹ ਤਾਂ ਹੈਗਾ ਪਿਓਰ ਡਿਸਿਪਲਿਨ, ਵੀ ਆਪਣੇ ਆਪ 'ਤੇ ਲਾਗੂ ਕੀਤਾ ਗਿਆ ਅਨੁਸ਼ਾਸਨ।
टू दी ते दूजा सिरा किहड़ा है, टू दी डिसिपलिन ऑफ दी कंसनट्रेशन कैंप। कंसनट्रेशन कैंप किहड़े हुंदे ने बच्चों, जिहदे विच जंगी कैदी ਜਾਂ ਸਿਆਸੀ ਕੈਦੀ ਰੱਖੇ ਜਾਂਦੇ ਨੇ, ਉੱਥੇ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ ਤੇ ਬੜੇ ਔਖੇ ਹਾਲਾਤਾਂ ਵਿੱਚ ਰੱਖਿਆ ਜਾਂਦਾ ਹੈ ਤੇ ਡੰਡੇ ਦੇ ਜ਼ੋਰ ਤੇ ਉਹਨਾਂ ਕੋਲੋਂ ਕੰਮ ਕਰਵਾਇਆ ਜਾਂਦਾ ਹੈ ਤੇ ਉਹਨਾਂ ਦੀ ਅਨੁਸ਼ਾਸਨ ਦੀ ਪਾਲਣਾ ਕਰਵਾਈ ਜਾਂਦੀ ਹੈ। ਤੇ ਕਹਿੰਦੇ ਉਹ ਹੈਗਾ ਇਨਫੋਰਸਡ ਮਾਨੇ ਲਾਗੂ ਕੀਤਾ ਗਿਆ ਜ਼ਬਰਦਸਤੀ ਧੱਕੇ ਦੇ ਨਾਲ। ਡਿਸਿਪਲਿਨ ਆਫ ਫੀਅਰ, ਉਹ ਡਰਦਾ ਹੈ ਕਿਉਂਕਿ ਜੇ ਅਨੁਸ਼ਾਸਨ ਦੀ ਉਲੰਘਣਾ ਕੀਤੀ ਤੇ ਕਾਲ ਕੋਠੜੀ 'ਚ ਪਾ ਦੇਣਗੇ ਜਾਂ ਕੋਈ ਹੋਰ ਸਜ਼ਾ ਦੇ ਦੇਣਗੇ। ਸੋ ਉਹ ਜਿਹੜਾ ਕੰਸਨਟ੍ਰੇਸ਼ਨ ਦਾ ਕੈਂਪ ਦਾ ਅਨੁਸ਼ਾਸਨ ਹੈਗਾ ਉਹ ਦੂਜਾ ਸਿਰਾ ਹੈ। ਇੱਕ ਸੈਲਫ ਡਿਸਿਪਲਿਨ, ਆਪਣੇ ਆਪ ਆਪਣੀ ਖੁਸ਼ੀ ਦੇ ਨਾਲ ਡਿਸਿਪਲਿਨ ਅਪਣਾਇਆ ਗਿਆ ਹੈਗਾ। ਕਹਿੰਦੇ ਇਨਸਪਾਈਟ ਆਫ ਆਲ ਓਵਰ ਸਕੁਐਬਲਸ, ਇਨਸਪਾਈਟ ਆਫ ਮਾਨੇ ਬਾਵਜੂਦ ਇਸ ਦੇ। ਸਕੁਐਬਲਸ ਹੁੰਦੇ ਬੱਚਿਓ ਨਿੱਕੇ ਨਿੱਕੇ ਝਗੜੇ, ਨਿੱਕੀਆਂ ਨਿੱਕੀਆਂ ਬਹਿਸਾਂ, ਜਿਹੜੀ ਕੋਈ ਬਹੁਤ ਗੱਲ ਮਹੱਤਵਪੂਰਨ ਨਹੀਂ ਹੁੰਦੀ ਉਹਦੇ ਉੱਤੇ ਝਗੜਨਾ, ਉਹਦੇ ਉੱਤੇ ਬਹਿਸ ਕਰਨੀ। ਸੋ ਰਾਈਟਰ ਕਹਿੰਦਾ ਹੈ ਇਨਸਪਾਈਟ ਆਫ ਆਲ ਓਵਰ ਸਕੁਐਬਲਸ, ਸਾਡੇ ਜਿੰਨੇ ਵੀ ਸਾਡੀਆਂ ਤਕਰਾਰਾਂ ਹੈਗੀਆਂ ਨੇ, ਝਗੜੇ ਨੇ, ਅਸਹਿਮਤੀਆਂ ਨੇ, ਬਹਿਸਾਂ ਨੇ, ਉਹਦੇ ਬਾਵਜੂਦ ਦੀ ਬ੍ਰਿਟਿਸ਼ ਆਰ ਯੂਨਾਈਟਿਡ, ਪਰ ਜਿਹੜੇ ਬ੍ਰਿਟਿਸ਼ ਲੋਕ ਨੇ ਉਹ ਇਕਮਤ ਹਨ। ਉਹਨਾਂ ਦੀ ਇੱਕ ਗੱਲ ਤੇ ਸਹਿਮਤੀ ਹੈ ਕਿਹੜੀ, ਵੈਨ ਇਟ ਕਮਸ ਟੂ ਮੋਸਟ ਆਫ ਦੀ ਥਿੰਗਸ ਦੈਟ ਮੈਟਰ, ਕਿ ਜਿਹੜੀਆਂ ਗੱਲਾਂ ਮੈਟਰ ਕਰਦੀਆਂ ਨੇ, ਜਿਹੜੀਆਂ ਗੱਲਾਂ ਮਹੱਤਤਾ ਰੱਖਦੀਆਂ ਨੇ, ਉਹਨਾਂ ਬਾਰੇ, ਉਹਨਾਂ ਤੋਂ ਜ਼ਿਆਦਾਤਰ ਜਿਹੜੀਆਂ ਗੱਲਾਂ ਮਹੱਤਤਾ ਵਾਲੀਆਂ ਨੇ, ਮਹੱਤਵਪੂਰਨ ਨੇ, ਉਹਨਾਂ ਬਾਰੇ ਉਹ ਇਕਮਤ ਨੇ, ਉਹਨਾਂ ਬਾਰੇ ਉਹ ਝਗੜਾ ਬਹਿਸ ਨਹੀਂ ਕਰਦੇ। ਤੇ ਦੂਜੀ ਗੱਲ ਫਿਰ ਕਹਿੰਦਾ ਐਂਡ ਲਿਬਰਟੀ ਇਜ਼ ਵਨ ਆਫ ਦੈਮ, ਤੇ ਉਹਨਾਂ ਜਿਹੜੇ ਮਹੱਤਤਾ ਰੱਖਣ ਵਾਲੇ ਮੁੱਦੇ ਨੇ ਉਹਨਾਂ 'ਚ ਲਿਬਰਟੀ ਇਜ਼ ਵਨ ਆਫ ਦੈਮ, ਅਰਥਾਤ ਆਜ਼ਾਦੀ ਇੱਕ ਹੈ। ਅਰਥਾਤ ਆਜ਼ਾਦੀ ਦੇ ਬਾਰੇ ਉਹ ਬੜੇ ਸਹਿਮਤ ਹਨ ਕਿ ਸਾਨੂੰ ਪੂਰਨ ਆਜ਼ਾਦੀ ਚਾਹੀਦੀ ਹੈ। ਫਿਰ ਕੀ ਕਹਿੰਦਾ ਵੀ ਬਿਲੀਵ ਇਨ ਫਰੀਡਮ ਟੂ ਥਿੰਕ ਵਟ ਵੀ ਲਾਈਕ, ਕਹਿੰਦੇ ਅਸੀਂ ਜੋ ਸੋਚਦੇ, ਜੋ ਸਾਨੂੰ ਪਸੰਦ ਹੈ ਉਹ ਸੋਚਣ ਦੀ ਆਜ਼ਾਦੀ ਵਿੱਚ ਵਿਸ਼ਵਾਸ ਕਰਦੇ ਹਾਂ। ਅਰਥਾਤ ਜਿਹੜੇ ਵਿਚਾਰ ਮੈਂ ਅਪਣਾਉਣਾ ਚਾਹੁੰਦਾ ਉਹਦੀ ਮੈਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ, ਕੋਈ ਰੋਕ ਟੋਕ ਸਰਕਾਰ ਦੀ ਦਖਲ ਅੰਦਾਜ਼ੀ ਉਹ 'ਚ ਨਹੀਂ ਹੋਣੀ ਚਾਹੀਦੀ। ਗੱਲ ਵੀ ਸਹੀ ਹੈ। ਸੇ ਵਟ ਵੀ ਲਾਈਕ, ਤੇ ਜੋ ਮੇਰਾ ਮਨ ਕਰੇ ਉਹ ਮੈਂ ਕਵਾਂ, ਮੈਂ ਬੋਲ ਸਕਾਂ, ਆਪਣੇ ਵਿਚਾਰਾਂ ਦਾ ਪ੍ਰਚਾਰ ਕਰ ਸਕਾਂ, ਪ੍ਰੋਪੇਗੰਡਾ ਕਰ ਸਕਾਂ, ਲਿਖ ਸਕਾਂ, ਬੋਲ ਕੇ ਲਿਖ ਕੇ ਮੈਂ ਆਪਣੀ ਗੱਲ ਕਹਿ ਸਕਾਂ, ਇਹਦੀ ਆਜ਼ਾਦੀ ਵੀ ਚਾਹੀਦੀ ਹੈ। ਵਰਕ ਐਟ ਵਟ ਵੀ ਲਾਈਕ, ਜੋ ਮੈਂ ਕਰਨਾ ਚਾਹਨਾ ਉਹਦੇ ਉੱਤੇ ਮੈਂ ਕੰਮ ਕਰ ਸਕਾਂ, ਉਸ ਕੰਮ ਨੂੰ ਅੱਗੇ ਵਧਾ ਸਕਾਂ, ਚਾਹੇ ਉਹ ਮੇਰਾ ਸ਼ੌਕ ਹੈਗਾ, ਚਾਹੇ ਉਹ ਮੇਰਾ ਕਿੱਤਾ ਹੈਗਾ ਜਾਂ ਮੇਰਾ ਕੋਈ ਮਿਸ਼ਨ ਹੈਗਾ, ਜੋ ਮੈਨੂੰ ਪਸੰਦ ਹੈ ਉਹਦੇ 'ਤੇ ਮੈਂ ਕੰਮ ਕਰ ਸਕਾਂ। ਐਂਡ ਗੋ ਵੇਅਰ ਵੀ ਲਾਈਕ, ਤੇ ਜਿੱਥੇ ਮੇਰਾ ਜਾਣ ਦਾ ਮਨ ਕਰੇ ਮੈਂ ਜਾ ਸਕਾਂ, ਮੈਨੂੰ ਪੂਰੀ ਜਾਣ ਦੀ ਆਜ਼ਾਦੀ ਦੇਸ਼ ਵਿੱਚ ਹੋਣੀ ਚਾਹੀਦੀ ਹੈ। ਡਿਸਿਪਲਿਨ ਇਜ਼ ਅ ਰੈਸਟ੍ਰੇਂਟ, ਰੈਸਟ੍ਰੇਂਟ ਦਾ ਮਤਲਬ ਹੁੰਦਾ ਬੰਦਸ਼, ਜ਼ਾਬਤਾ, ਸੰਜਮ। ਹੁਣ ਜਿਹੜਾ ਅਨੁਸ਼ਾਸਨ ਹੈਗਾ ਉਹ ਇੱਕ ਜ਼ਾਬਤਾ ਹੈਗਾ, ਉਹ ਬੰਦਿਸ਼ ਹੈਗਾ, ਕਿਹਦੇ ਤੇ, ਔਨ ਲਿਬਰਟੀ, ਆਜ਼ਾਦੀ ਦੇ ਉੱਤੇ, ਆਜ਼ਾਦੀ ਦੇ ਉੱਤੇ ਇੱਕ ਕੁੰਡਾ ਹੈਗਾ। ਸੋ ਮੈਨੀ ਆਫ ਅਸ, ਇਸ ਕਰਕੇ ਸਾਡਿਆਂ 'ਚੋਂ ਬਹੁਤੇ ਹੈਵ ਅ ਵੈਰੀ ਨੈਚੁਰਲ ਇਨਕਲੀਨੇਸ਼ਨ, ਇੱਕ ਬੜੀ ਕੁਦਰਤੀ ਬਿਰਤੀ ਹੈ। ਇਨਕਲੀਨੇਸ਼ਨ ਮੈਨੇ ਬਿਰਤੀ, ਝੁਕਾਅ ਹੈ, ਨੈਚੁਰਲ ਮੈਨੇ ਕੁਦਰਤੀ ਤੌਰ 'ਤੇ ਹੀ ਹੈਗਾ। ਟੂ ਅਵੋਇਡ ਇਟ, ਉਹ ਜਿਹੜਾ ਰੈਸਟ੍ਰੇਂਟ ਹੈ, ਬੰਦਿਸ਼ ਹੈ, ਉਹਨੂੰ ਅਵੋਇਡ ਕੀਤਾ ਜਾਵੇ। ਇਹ ਆਜ਼ਾਦੀ ਤੇ ਪੂਰੀ ਕਰੋ, ਆਜ਼ਾਦੀ ਤੇ ਪੂਰੀ ਦੇਵੋ, ਪਰ ਜਿਹੜੇ ਨਾਲ ਤੁਸੀਂ ਇਹ ਸ਼ਰਤਾਂ ਲਾ ਦਿੱਤੀਆਂ, ਇਹ ਕੁੰਡੀਆਂ ਲਾ ਦਿੱਤੀਆਂ, ਇਹ ਬੰਦਿਸ਼ਾਂ ਲਾਤੀਆਂ, ਸਾਡੀ ਰੁਚੀ ਹੈ ਕਿ ਸਾਡਾ ਧਿਆਨ ਹੁੰਦਾ ਕਿ ਇਹਨੂੰ ਅਵੋਇਡ ਕੀਤਾ ਜਾਵੇ, ਉਹਦੀ ਗੱਲ ਨਾ ਕੀਤੀ ਜਾਵੇ। ਆਜ਼ਾਦੀ ਦੀ ਗੱਲ ਕਰੋ, ਹੱਕਾਂ ਦੀ ਗੱਲ ਕਰੋ, ਪਰ ਜ਼ਿੰਮੇਵਾਰੀ ਦੀ ਗੱਲ ਨਾ ਕਰੋ। ਇਹ ਮਨੁੱਖ ਦੀ ਕੁਦਰਤੀ ਤੌਰ 'ਤੇ ਬਿਰਤੀ ਹੈ। ਬਟ ਵੀ ਕੈਨ ਨਾਟ, ਪਰ ਕਹਿੰਦੇ ਅਸੀਂ ਇੱਦਾਂ ਨਹੀਂ ਕਰ ਸਕਦੇ। ਅਸੀਂ ਜੋ ਰੈਸਟ੍ਰੇਂਟ ਹੈਗਾ, ਜਿਹੜੇ ਜ਼ਾਬਤੇ ਨੇ, ਜਿਹੜੀ ਬੰਦਿਸ਼ਾਂ ਨੇ, ਉਹਨਾਂ ਨੂੰ ਅਵੋਇਡ ਨਹੀਂ ਕਰ ਸਕਦੇ। ਰਾਈਟਰ ਦਾ ਕਹਿੰਦਾ ਹੈ ਵੀ ਜੇ ਹੱਕ ਲੈਣੇ ਨੇ, ਆਜ਼ਾਦੀ ਲੈਣੀ ਹੈ, ਉਹਦੇ ਨਾਲ ਪੈਰਲਲ ਕੋਈ ਜ਼ਿੰਮੇਵਾਰੀਆਂ ਅਤੇ ਬੰਦਿਸ਼ਾਂ ਵੀ ਆਉਣਗੀਆਂ ਜ਼ਰੂਰ। ਕਹਿੰਦੇ ਮੈਨ, ਆਦਮੀ, ਐਵਰ ਸਿੰਸ ਦੀ ਡਿਮ ਪ੍ਰੀ ਹਿਸਟੋਰਿਕ ਪਾਸਟ, ਮਤਲਬ ਕਿ ਉਹ ਧੁੰਦਲਾ, ਮਤਲਬ ਕਿ ਉਹਦੀ ਤਰੀਕ ਨਹੀਂ ਪਤਾ, ਪ੍ਰੀ ਹਿਸਟੋਰਿਕ ਵੀ ਜਦੋਂ ਦੀ ਹਿਸਟਰੀ ਦਰਜ ਹੋਈ ਹੈ, ਰਿਕਾਰਡ ਵਿੱਚ ਜਿਹੜੀ ਮਨੁੱਖ ਦੀ ਹਿਸਟਰੀ ਹੈ, ਪ੍ਰੀ ਹਿਸਟੋਰਿਕ ਮੈਨੇ ਦਰਜ ਹੋਈ ਹਿਸਟਰੀ ਦੇ ਸਮੇਂ ਤੋਂ ਪਹਿਲਾਂ ਵਾਲਾ ਸਮਾਂ, ਪਾਸਟ ਡਿਮ, ਮਤਲਬ ਜਦ ਤੋਂ ਬੰਦੇ ਨੇ ਹੋਸ਼ ਸੰਭਾਲੀ ਹੈ, ਭਾਵੇਂ ਉਹ ਕਬੀਲਿਆਂ ਵਿੱਚ ਇਕੱਠੇ ਹੋ ਕੇ ਰਹਿਣਾ ਸ਼ੁਰੂ ਕੀਤਾ ਸਮਾਜ ਦੇ ਵਿੱਚ, ਹੈਜ਼ ਹੈਡ ਨੋ ਆਪਸ਼ਨ ਬਟ ਟੂ ਐਕਸੈਪਟ ਦੀ ਡਿਸਿਪਲਿਨ ਆਫ ਸਮ ਕਾਈਂਡ, ਮਨੁੱਖ ਨੂੰ ਕਿਸੇ ਨਾ ਕਿਸੇ ਕਿਸਮ ਦਾ ਅਨੁਸ਼ਾਸਨ ਮੰਨਣਾ ਹੀ ਪਿਆ ਹੈ। ਉਹ ਤੋਂ ਬਚਣ ਦੀ ਉਹਨੂੰ ਕੋਈ ਆਪਸ਼ਨ ਨਹੀਂ ਸੀਗੀ, ਉਹਨੂੰ ਕੋਈ ਚੋਣ ਨਹੀਂ ਸੀ। ਅਰਥਾਤ ਕਹਿੰਦੇ ਹੁਣ ਦੀ ਗੱਲ ਨਹੀਂ, ਕਈ ਹਜ਼ਾਰ ਸਾਲ ਪਹਿਲਾਂ ਵੀ, ਅਰਥਾਤ ਉਸ ਇਤਿਹਾਸਿਕ ਸਮੇਂ ਤੋਂ ਪਹਿਲਾਂ ਵੀ, ਜਿਹੜਾ ਇਤਿਹਾਸ ਕਿਤਾਬਾਂ 'ਚ ਦਰਜ ਹੈ, ਕੁਝ ਹਜ਼ਾਰ ਸਾਲ ਪਹਿਲਾਂ ਵੀ, ਕਹਿੰਦੇ ਉਸ ਸਮੇਂ ਤੋਂ ਵੀ ਮਨੁੱਖ ਨੂੰ ਅਨੁਸ਼ਾਸਨ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਕਿਸੇ ਨਾ ਕਿਸੇ ਹੱਦ ਤੱਕ ਅਨੁਸ਼ਾਸਨ ਉਹ ਮਨੁੱਖ ਵੀ ਜੰਗਲਾਂ 'ਚ, ਕਬੀਲਿਆਂ 'ਚ ਰਹਿਣ ਵਾਲਾ ਵੀ ਮੰਨਦਾ ਸੀ। ਅਸੀਂ ਜਾਣਦੇ ਹਾਂ ਬੱਚੋ, ਜਿੱਦਾਂ ਕਬੀਲੇ 'ਚ ਰਹਿੰਦੇ ਸੀਗੇ ਤੇ ਕਹਿੰਦੇ ਹੋਣੇ ਵੀ ਤੇਰੀ ਗਾਂ ਇਸ ਰਾਹ ਤੋਂ ਨਹੀਂ ਜਾਣੀ ਚਾਹੀਦੀ, ਕਿਸੇ ਦੀ ਗਾਂ, ਇਹ ਸਾਂਝਾ ਰਾਹ ਹੈਗਾ, ਜਾਂ ਇਹ ਸਾਂਝੀ ਪੰਚਾਇਤ ਦੀ ਥਾਂ ਹੈਗੀ ਹੈ, ਜਾਂ
ਆਪਣੇ ਪਸ਼ੂ ਸਾਂਭ ਕੇ ਰੱਖੋ, ਦੂਜੇ ਦੇ ਖੇਤਾਂ ਵਿੱਚ ਉਹਨਾਂ ਦੀ ਫਸਲ ਨਾ ਖਰਾਬ ਕਰਨ, ਹੈ ਨਾ, ਜਦੋਂ ਖੇਤੀ ਪ੍ਰਧਾਨ ਕੰਮ ਹੁੰਦਾ ਸੀਗਾ। ਸੋ ਕੁਛ ਨਾ ਕੁਛ ਅਨੁਸ਼ਾਸਨ ਬੰਦਿਸ਼ਾਂ ਹਮੇਸ਼ਾ ਰਹੀਆਂ ਨੇ। ਤੇ ਕਹਿੰਦੇ ਫॉर ਅ ਮਾਡਰਨ ਮੈਨ, ਤੇ ਅੱਜ ਦੇ ਮਨੁੱਖ ਵਾਸਤੇ ਜੋ ਅੱਜ ਦੇ ਜ਼ਮਾਨੇ 'ਚ ਰਹਿ ਰਿਹਾ, ਲਿਵਿੰਗ ਇਨ ਕੰਪਲੈਕਸ ਕਮਿਊਨਿਟੀਜ਼, ਜਿੱਥੇ ਮਨੁੱਖ ਬੜੀਆਂ ਗੁੰਝਲਦਾਰ ਕੌਮਾਂ ਦੇ ਵਿੱਚ ਰਹਿ ਰਿਹਾ, ਗੁੰਝਲਦਾਰ ਮਤਲਬ ਕਿ ਕੰਪਲੈਕਸ, ਭਾਂਤ-ਭਾਂਤ ਦੇ ਲੋਕਾਂ ਵਿੱਚ ਰਹਿ ਰਿਹਾ ਹੈ, ਭਾਂਤ-ਭਾਂਤ ਦੇ ਪਹਿਰਾਵੇ, ਭਾਂਤ-ਭਾਂਤ ਦੇ ਖਾਣੇ, ਭਾਂਤ-ਭਾਂਤ ਦੇ ਰਸਮੋ ਰਿਵਾਜ, ਭਾਂਤ-ਭਾਂਤ ਦੀਆਂ ਬੋਲੀਆਂ। ਬੰਬੇ ਵਰਗਾ ਸ਼ਹਿਰ ਦੇਖੋ ਬੱਚੋ, ਕਾਜ਼ਮੋਪੋਲੀਟਨ ਹੈਗਾ, ਕਿੰਨੀਆਂ ਹੀ ਕੌਮਾਂ ਉੱਥੇ ਰਹਿੰਦੀਆਂ ਨੇ, ਤੇ ਇੱਕੋ ਬਿਲਡਿੰਗ ਵਿੱਚ ਕੋਈ ਬੰਗਾਲੀ ਵੀ ਹੋਏਗਾ, ਗੁਜਰਾਤੀ ਵੀ ਹੋਏਗਾ, ਪੰਜਾਬੀ ਵੀ ਹੋਏਗਾ, ਸਿੰਧੀ ਵੀ ਹੋਏਗਾ, ਮੁਲਤਾਨੀ ਵੀ ਹੋਏਗਾ, ਨਾਰਥ ਈਸਟ ਵੀ ਹੋਏਗਾ, ਇੱਕ ਅੱਧਾ ਵਿਦੇਸ਼ੀ ਵੀ ਹੋ ਸਕਦਾ, ਕੋਈ ਗੋਰਾ ਵੀ ਹੋ ਸਕਦਾ, ਚਾਈਨੀਜ਼ ਵੀ ਹੋ ਸਕਦਾ। ਸੋ ਵੱਡੀ ਗੱਲ ਨਹੀਂ। ਕਹਿੰਦੇ ਇਨ ਵਿਚ ਐਵਰੀ ਇੰਡੀਵਿਜੂਅਲ ਇਜ਼ ਡਿਪੈਂਡੈਂਟ ਔਨ ਅਦਰਸ, ਤੇ ਜਿੱਥੇ ਹਰ ਇੱਕ ਇੰਡੀਵਿਜੂਅਲ, ਹਰ ਇੱਕ ਪ੍ਰਾਣੀ ਦੂਜੇ ਤੇ, ਉਹਦਾ ਰਹਿਣ ਸਹਿਣ ਜਿਹੜਾ ਹੈ ਦੂਜੇ ਨਾਲ ਜੁੜਿਆ ਹੋਇਆ, ਦੂਜੇ ਤੇ ਨਿਰਭਰ ਹੈ। ਮਤਲਬ ਕਿ ਬੰਦਾ ਟੋਟਲੀ ਇੰਡੀਪੈਂਡੈਂਟ ਤੇ ਤਾਂ ਹੀ ਹੋ ਸਕਦਾ ਨਾ ਜੇ ਇਕੱਲਾ ਪਹਾੜਾਂ ਵਿੱਚ ਰਹਿ ਰਿਹਾ ਹੋਵੇ, ਤੇ ਇਕੱਲਾ ਜੰਗਲਾਂ ਵਿੱਚ ਰਹਿ ਰਿਹਾ ਹੋਵੇ, ਜੋ ਮਰਜ਼ੀ ਕਰੇ, ਚਾਂਗਰਾ ਮਾਰੇ, ਬੜਕਾ ਮਾਰੇ, ਕਿਸੇ ਨੇ ਕਿਹੜੀਆਂ ਸੁਣਨੀਆਂ। ਪਰ ਜਦੋਂ ਬੰਦਾ ਸਮਾਜ ਵਿੱਚ ਰਹਿੰਦਾ ਹੈ, ਫਿਰ ਉਹਦੇ ਤੇ ਕੋਈ ਨਾ ਕੋਈ ਬੰਦਿਸ਼ਾਂ ਆ ਜਾਂਦੀਆਂ, ਵੀ ਮਿਊਜ਼ਿਕ ਤੇਜ਼ ਨਹੀਂ ਚਲਾਉਣਾ, ਰੌਲਾ ਨਹੀਂ ਪਾਉਣਾ, ਗੰਦ ਨਹੀਂ ਪਾਉਣਾ, ਕੂੜਾ, ਮਤਲਬ ਇੱਕ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਵੀ ਤੂੰ ਕੂੜਾ ਇੱਥੇ ਰੱਖਣਾ ਹੈ, ਜੋ ਹਿਸਾਬ ਕਿਤਾਬ ਬਣਿਆ ਹੋਇਆ ਸਮਾਜ ਦੇ ਵਿੱਚ, ਠੀਕ ਹੈ। ਸੋ ਐਵਰੀ ਇੰਡੀਵਿਜੂਅਲ ਇਜ਼ ਡਿਪੈਂਡੈਂਟ ਔਨ ਅਦਰਸ, ਹਰ ਇੱਕ ਪ੍ਰਾਣੀ ਦੂਜਿਆਂ ਦੇ ਉੱਤੇ ਨਿਰਭਰ ਹੈ। ਡਿਸਿਪਲਿਨ ਇਜ਼ ਮੋਰ ਦੈਨ ਐਵਰ ਅਨਅਵੋਇਡੇਬਲ, ਤੇ ਡਿਸਿਪਲਿਨ ਤੋਂ, ਅਨੁਸ਼ਾਸਨ ਤੋਂ ਬਚਣਾ ਤੇ ਹੁਣ ਹੋਰ ਵੀ ਔਖਾ ਹੋ ਗਿਆ। ਅਨਅਵੋਇਡੇਬਲ ਵੀ ਇਹ ਤੋਂ ਬਚਣਾ ਹੁਣ ਪਹਿਲੇ ਨਾਲੋਂ ਵੀ ਜ਼ਿਆਦਾ ਔਖਾ ਹੋ ਗਿਆ। ਉਹ ਕਹਿੰਦੇ ਵੀ ਜਦੋਂ ਮਨੁੱਖ ਪ੍ਰੀ ਹਿਸਟੋਰਿਕ ਟਾਈਮ ਵਿੱਚ ਸੀਗਾ, ਉਦੋਂ ਵੀ ਉਹਨੂੰ ਡਿਸਿਪਲਿਨ ਤੋਂ ਬਚਿਆ ਨਹੀਂ ਜਾ ਸਕਦਾ ਸੀਗਾ, ਤੇ ਇਹ ਤੇ ਅੱਜ ਤੇ ਹੋਰ ਵੀ ਔਖਾ ਹੋ ਗਿਆ। ਅਰਥਾਤ ਡਿਸਿਪਲਿਨ ਤੇ ਸਾਨੂੰ ਸਿੱਖਣਾ ਹੀ ਪੈਣਾ ਹੈ, ਠੀਕ ਹੈ। ਕਹਿੰਦੇ ਆਲ ਹਿਸਟਰੀ ਟੀਚਿਸ, ਜਿਹੜਾ ਹਿਸਟਰੀ ਜੋ ਸਾਨੂੰ ਸਿਖਾਉਂਦੀ ਹੈ, ਇਤਿਹਾਸ ਜੋ ਸਾਨੂੰ ਸਿਖਾਉਂਦਾ ਹੈ, ਦੈਟ ਉਹ ਇਹ ਸਿਖਾਉਂਦਾ ਕਿ ਵੈਨ ਥਰੂ ਇਧਰ ਆਈਡਲਨੈਸ, ਜਦੋਂ ਕਦੀ ਵੀ ਆਈਡਲਨੈਸ ਮੈਨੂੰ ਹੁੰਦਾ ਵਿਹਲੜਪਣਾ, ਕੰਮ ਚੋਰੀ, ਆਲਸਪਣਾ, ਆਲਸੀ ਹੋਣਾ ਕਰਕੇ, ਵਿਹਲੜਪੁਣੇ ਕਰਕੇ, ਕੰਮ ਚੋਰੀ ਕਰਕੇ, ਵੀਕਨੈਸ ਕਮਜ਼ੋਰੀ ਕਰਕੇ, ਔਰ ਫੈਕਸ਼ਨ, ਫੈਕਸ਼ਨ ਦਾ ਮਤਲਬ ਹੁੰਦਾ ਵੀ ਜਿੱਦਾਂ ਗੁੱਟਬਾਜ਼ੀ ਹੋ ਗਈ, ਧੜੇਬਾਜ਼ੀ ਹੋ ਗਈ। ਫੈਕਸ਼ਨ ਹੁੰਦਾ ਬੱਚਿਓ ਇੱਕ ਜਿਹੜਾ ਸਾਂਝਾ ਸਮਾਜ ਹੋਵੇ, ਕੋਈ ਕੰਮ ਕਰ ਰਿਹਾ ਹੋਵੇ, ਕਿਸੇ ਮਿਸ਼ਨ ਵੱਲ ਤੁਰ ਰਿਹਾ ਹੋਵੇ, ਤੇ ਉਹ 'ਚੋਂ ਕੁਝ ਗਿਣਤੀ ਦੇ ਬੰਦੇ ਹੋਣ ਜੋ ਉਹ ਤੋਂ ਹਟ ਕੇ ਚੱਲਣ, ਉਹ ਤੋਂ ਬਾਗੀ ਹੋਣ, ਉਹਨਾਂ ਦੀ ਸੁਰ ਥੋੜ੍ਹੀ ਜ਼ਿਆਦਾ ਗਰਮ ਮਿਜ਼ਾਜੀ ਵਾਲੀ ਹੋਵੇ, ਤੇ ਉਹ ਉਸ ਗਰੁੱਪ ਦੇ ਉਹਦੀ ਸ਼ਿਖਰਲੀ ਜਿਹੜੀ ਪਾਵਰ ਹੈ ਉਹ ਪ੍ਰਤਾਪ ਪ੍ਰਾਪਤ ਕਰਨਾ ਚਾਹੁੰਦੇ ਹੋਣ, ਮਤਲਬ ਕਿ ਥੋੜ੍ਹੇ ਗਰਮ ਖੂਨ ਵਾਲੇ ਹੋਣ। ਫੈਕਸ਼ਨ ਉਹ ਵੀ ਨੁਕਸਾਨ ਕਰਦੇ ਨੇ ਸਮਾਜ ਦਾ। ਕਹਿੰਦੇ ਵਿਹਲੜਪੁਣਾ, ਕਮਜ਼ੋਰੀ ਜਾਂ ਫੈਕਸ਼ਨ, ਧੜੇਬਾਜ਼ੀ ਜਿਹੜੀ ਹੈਗੀ ਹੈ, ਇਹਨਾਂ ਦੇ ਰਾਹੀਂ, ਇਹ ਤਿੰਨ ਚੀਜ਼ਾਂ ਰਾਹੀਂ, ਆਈਡਲਨੈਸ, ਵੀਕਨੈਸ ਔਰ ਫੈਕਸ਼ਨ ਰਾਹੀਂ, ਇਹ ਸੈਂਸ ਆਫ ਆਰਡਰ, ਸੈਂਸ ਆਫ ਆਰਡਰ ਤਰਤੀਬ, ਅਮਨ ਕਾਨੂੰਨ, ਅਮਨ ਕਾਨੂੰਨ ਦੀ ਭਾਵਨਾ ਜਿਹੜੀ ਹੈਗੀ ਹੈ, ਸੈਂਸ ਆਫ ਆਰਡਰ ਅਰਥਾਤ ਅਨੁਸ਼ਾਸਨ, ਅਮਨ ਚੈਨ, ਅਮਨ ਕਾਨੂੰਨ ਜਾਂ ਫਿਰ ਤਰਤੀਬ ਜਿਹੜੀ ਹੈ, ਉਹਦਾ ਜੋ ਵਿਚਾਰ ਹੈ ਫੇਡ ਹੋ ਜਾਏ, ਫੇਡ ਹੋਏ, ਫਿੱਕਾ ਪੈ ਜਾਏ, ਉਸ ਪਾਸੇ ਲੋਕਾਂ ਦੀ ਰੁਚੀ ਘਟ ਜਾਏ। ਇਨ ਨੇਸ਼ਨ, ਕਿਸੇ ਵੀ ਦੇਸ਼ ਵਿੱਚ, ਫਿਰ ਕੀ ਹੁੰਦਾ ਹੈ, ਇਟਸ ਇਕਨੋਮਿਕ ਲਾਈਫ, ਉਹਦਾ ਆਰਥਿਕ ਜੀਵਨ ਸਿੰਕਸ ਮੈਨੇ ਡੁੱਬ ਜਾਂਦਾ ਹੈ, ਇਨਟੂ ਡਿਕੇ, ਡਿਕੇ ਮੈਨੇ ਖੱਡ ਵਿੱਚ, ਨਿਵਾਣ ਵਿੱਚ ਚਲਾ ਜਾਂਦਾ ਹੈ। ਉਹਦੀ ਆਰਥਿਕ ਜਿਹੜੀ ਇਕੋਨਮੀ ਹੈ, ਉਹਦੀ ਆਰਥਿਕਤਾ ਹੈ, ਐਸੇ ਦੇਸ਼ ਦੀ ਡੂੰਘੇ ਟੋਏ ਵਿੱਚ ਡੁੱਬ ਜਾਂਦੀ, ਡਿੱਗ ਜਾਂਦੀ, ਨਿਵਾਣ ਵਾਲੇ ਪਾਸੇ ਚਲਾ ਜਾਂਦਾ, ਸਿੰਕਸ ਇਨਟੂ ਡਿਕੇ। ਡਿਕੇ ਹੁੰਦਾ ਬੱਚਿਓ ਕਿਸੇ ਚੀਜ਼ ਦਾ ਡਿਕਲਾਈਨ ਹੋਣਾ, ਕਿਸੇ ਚੀਜ਼ ਦਾ ਨਿਵਾਣ ਵਾਲੇ ਪਾਸੇ ਜਾਣਾ, ਮਤਲਬ ਕਿ ਗਿਰਾਵਟ ਵਾਲੇ ਪਾਸੇ ਜਾਣਾ, ਠੀਕ ਹੈ। ਦੈਨ, ਤੇ ਫਿਰ ਕੀ ਹੁੰਦਾ, ਐਜ਼ ਇਟਸ ਸਟੈਂਡਰਡ ਆਫ ਲਿਵਿੰਗ ਫਾਲਸ, ਤੇ ਜਿਵੇਂ ਇਹਦਾ ਉਸ ਦੇਸ਼ ਦਾ ਜੀਵਨ ਦਾ ਪੱਧਰ ਨੀਵਾਂ ਡਿੱਗਦਾ, ਥੱਲੇ ਜਾਂਦਾ, ਐਂਡ ਸਿਕਿਉਰਿਟੀ ਵੈਨਿਸ਼ਿਜ਼, ਵੈਨਿਸ਼ ਹੁੰਦਾ ਅਲੋਪ ਹੋਣਾ, ਤੇ ਜਿਹੜੀ ਸੁਰੱਖਿਆ ਹੈ, ਇੱਕ ਗਰੀਬ ਬੰਦਾ ਹੈ, ਲਾਚਾਰ ਬੰਦਾ ਹੈ ਜਾਂ ਮਾੜਚੂ ਬੰਦਾ ਹੈ, ਉਹਦੀ ਫਿਰ ਸੁਰੱਖਿਆ ਨੂੰ ਖਤਰਾ ਪੈ ਜਾਂਦਾ ਹੈ, ਡਾਢਿਆਂ ਦਾ ਸੱਤੀ ਨਹੀਂ 100 ਹੋ ਜਾਂਦਾ ਹੈ। ਐਂਡ ਸਿਕਿਉਰਿਟੀ ਵੈਨਿਸ਼ਿਜ਼, ਵਨ ਆਫ ਟੂ ਥਿੰਗਸ ਹੈਪਨ, ਫਿਰ ਦੋ ਗੱਲਾਂ 'ਚੋਂ ਇੱਕ ਗੱਲ ਹੁੰਦੀ ਹੈ, ਵਨ ਆਫ ਟੂ ਥਿੰਗਸ ਹੈਪਨ, ਅਰਥਾਤ ਦੋ ਗੱਲਾਂ ਵਿੱਚੋਂ ਫਿਰ ਇੱਕ ਸਿੱਟਾ ਨਿਕਲਦਾ ਹੈ, ਇੱਕ ਨਤੀਜਾ ਨਿਕਲਦਾ, ਇੱਕ ਗੱਲ ਹੁੰਦੀ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਇਸ ਲੈਸਨ ਦਾ ਰੀਡਿੰਗ ਟ੍ਰਾਂਸਲੇਸ਼ਨ ਦਾ ਪਾਰਟ ਨੰਬਰ 1। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਅਨੁਸ਼ਾਸਨ ਨਾਲ, ਮਿਹਨਤ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।